ਹਰਮਨ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਦੇ ਉੱਤੇ। ਅੱਜ ਮੈਂ ਤੁਹਾਡੇ ਲਈ ਬਹੁਤ ਹੀ ਵਧੀਆ ਨੋਟੀਫਿਕੇਸ਼ਨ ਲੈ ਕੇ ਆਇਆ ਜੋ ਕਿ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਦੇ ਵੱਲੋਂ ਆਊਟ ਕਰ ਦਿੱਤਾ ਗਿਆ ਹੈ। ਇਹਦੇ ਵਿੱਚ ਬਹੁਤ ਸਾਰੀਆਂ ਨੋਟੀਫਿਕੇਸ਼ਨਸ ਜਿਹੜੀਆਂ ਨੇ ਉਹ ਆਊਟ ਕਰ ਦਿੱਤੀਆਂ ਗਈਆਂ ਨੇ। ਇਸ ਦੇ ਵਿੱਚ ਆਲ ਓਵਰ ਇੰਡੀਆ ਤੋਂ ਜਿਹੜੇ ਵੀ ਕੈਂਡੀਡੇਟ ਨੇ ਸਾਰੇ ਐਲੀਜੀਬਲ ਹੁੰਦੇ ਨੇ ਤੇ ਅਪਲਾਈ ਕਰ ਸਕਦੇ ਨੇ। ਇਹਦੇ ਵਿੱਚ ਜਿਹੜੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਉਹ ਹਰ ਇੱਕ ਪੋਸਟ ਦੇ ਲਈ ਕੋਈ ਨਾ ਕੋਈ ਕੈਂਡੀਡੇਟ ਜਿਹੜਾ ਐਲੀਜੀਬਲ ਜ਼ਰੂਰ ਹੋਏਗਾ। ਸੋ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ। ਇਸ ਦੇ ਵਿੱਚ ਤੁਹਾਡੀ ਸੈਲਰੀ ਜਿਹੜੀ 28,000 ਤੋਂ ਲੈ ਕੇ 70,000 ਤੱਕ ਪੋਸਟ ਟੂ ਪੋਸਟ ਵੇਰੀ ਕਰਦੀ ਹੈ ਤੇ ਉਹ ਤੁਹਾਨੂੰ ਮਿਲਣ ਜਾ ਰਹੀ ਹੈ। ਤੁਸੀਂ ਇਹਦੇ ਲਈ ਅਗਰ ਐਲੀਜੀਬਲ ਹੋਵੋਗੇ ਜਲਦੀ ਨਾਲ ਅਪਲਾਈ ਕਰ ਦੇਣਾ ਤੇ ਅਗਰ ਕੋਈ ਹੋਰ ਤੁਹਾਡਾ ਫਰੈਂਡ ਐਲੀਜੀਬਲ ਹੈ ਉਹਦੇ ਨਾਲ ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤੇ ਇਹਦੇ ਨਾਲ ਕੀ ਹੈ ਉਹਨਾਂ ਦੀ ਵੀ ਹੈਲਪ ਹੋ ਜਾਏਗੀ ਔਰ ਮੇਰੀ ਵੀ। ਇਹਦੇ ਨਾਲ ਹੁਣ ਮੈਂ ਤੁਹਾਨੂੰ ਗੱਲ ਕਰਦਾ ਹਾਂ ਕਿ ਇਸ ਦੇ ਵਿੱਚ ਅਗਰ ਤੁਸੀਂ ਫਸਟ ਟਾਈਮ ਸਾਡੇ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਦੇਣਾ। ਉਹਦੇ ਨਾਲ ਜਦੋਂ ਵੀ ਕੋਈ ਨੋਟੀਫਿਕੇਸ਼ਨ ਆਊਟ ਹੋਏਗਾ ਚਾਹੇ ਉਹ ਛੋਟਾ ਜਾਂ ਵੱਡੇ ਤੋਂ ਵੱਡਾ ਕੋਈ ਵੀ ਹੋਏਗਾ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਏਗਾ ਔਰ ਤੁਸੀਂ ਸਮਾਂ ਰਹਿੰਦੇ ਉਹਨੂੰ ਅਪਲਾਈ ਵੀ ਕਰ ਪਾਓਗੇ। ਇਹਦੇ ਵਿੱਚ ਹਰ ਤਰ੍ਹਾਂ ਦੀਆਂ ਪੋਸਟਾਂ ਅਸੀਂ ਆਊਟ ਕਰਦੇ ਜਿਹੜੀਆਂ ਨੇ ਪੋਸਟਾਂ ਦੇ ਨੋਟੀਫਿਕੇਸ਼ਨ ਨੇ ਆਊਟ ਹੁੰਦੇ ਨੇ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ, ਚਾਹੇ ਉਹ ਕੋਈ ਸੈਂਟਰ ਗਵਰਨਮੈਂਟ ਵੱਲੋਂ ਹੋਵੇ ਚਾਹੇ ਸਟੇਟ ਗਵਰਨਮੈਂਟ ਵੱਲੋਂ ਹੋਵੇ ਚਾਹੇ ਉਹ ਪ੍ਰਾਈਵੇਟ ਫਰਮ ਵੱਲੋਂ ਹੋਵੇ। ਐਕਸਪੀਰੀਅੰਸ ਫਰੈਸ਼ਰ ਹਰ ਤਰ੍ਹਾਂ ਦੇ ਨੋਟੀਫਿਕੇਸ਼ਨ ਜਿਹੜੇ ਕਿ ਤੁਹਾਡੇ ਤੱਕ ਪਹੁੰਚਾਉਣੇ ਜ਼ਰੂਰੀ ਨੇ ਅਸੀਂ ਤੁਹਾਡੇ ਤੱਕ ਜ਼ਰੂਰ ਪਹੁੰਚਾਉਂਦੇ ਹਾਂ। ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ ਨੋਟੀਫਿਕੇਸ਼ਨ ਨੂੰ। ਅਗਰ ਤੁਸੀਂ ਵੀਡੀਓਜ਼ ਨਹੀਂ ਦੇਖਣਾ ਚਾਹੁੰਦੇ www.clory.com 'ਤੇ ਜਾਓ। ਉੱਥੇ ਜਿੰਨੇ ਵੀ ਨੋਟੀਫਿਕੇਸ਼ਨ ਆਊਟ ਹੁੰਦੇ ਨੇ ਡੇ ਬਾਏ ਡੇ ਅਸੀਂ ਅਪਡੇਟ ਕਰਦੇ ਹਾਂ ਆਰਲੀ ਬੇਸਿਸ 'ਤੇ। ਤੁਸੀਂ ਉੱਥੋਂ ਚੈੱਕ ਕਰਕੇ ਅਫੀਸ਼ੀਅਲ ਨੋਟੀਫਿਕੇਸ਼ਨ ਦੇ ਥਰੂ ਪੜ੍ਹ ਕੇ ਅਪਲਾਈ ਵੀ ਕਰ ਸਕਦੇ ਹੋ ਜੀ। ਸਟੈਪ ਬਾਏ ਸਟੈਪ ਹਰ ਇੱਕ ਪ੍ਰੋਸੀਜਰ ਉੱਥੇ ਮੈਂਸ਼ਨ ਕੀਤਾ ਹੁੰਦਾ ਹੈ। ਚਲੋ ਹੁਣ ਤੁਹਾਨੂੰ ਲੈ ਚੱਲਦੇ ਹਾਂ ਜੀ ਅਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ ਤੇ ਉੱਥੇ ਅਸੀਂ ਗੱਲ ਕਰਦੇ ਹਾਂ ਕੀ ਜਿਹੜੀ ਰਿਕਰੂਟਮੈਂਟ ਹੈ ਉਹ ਕੱਢੀਆਂ ਗਈਆਂ ਨੇ। ਇਸ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਲੈ ਚੱਲਦਾ ਹਾਂ ਜੀ ਅਫੀਸ਼ੀਅਲ ਨੋਟੀਫਿਕੇਸ਼ਨ ਦੇ ਨਾਲ ਜਿਹੜਾ ਫਾਰਮ ਅਟੈਚ ਕੀਤਾ ਹੋਇਆ ਵਾ ਜਿਹੜਾ ਤੁਸੀਂ ਭਰ ਕੇ ਇਹਨਾਂ ਦਿੱਤੇ ਗਏ ਐਡਰੈਸ ਦੇ ਉੱਪਰ ਸੈਂਡ ਕਰਨਾ ਹੈ। ਇਹ ਤੁਸੀਂ ਦੇਖ ਪਾ ਰਹੇ ਹੋ ਜੀ ਐਪਲੀਕੇਸ਼ਨ ਫਾਰਮ ਹੈ। ਇਹਨੂੰ ਤੁਸੀਂ ਕਿਸੇ ਐਡਰੈਸ 'ਤੇ ਨਹੀਂ ਸੈਂਡ ਕਰਨਾ, ਈਮੇਲ ਐਡਰੈਸ ਹੋਏਗਾ ਉਹਦੇ ਉੱਪਰ ਇਹ ਐਪਲੀਕੇਸ਼ਨ ਪਲੱਸ ਸਪੋਰਟਿਵ ਡਾਕੂਮੈਂਟ ਜਿਹੜੇ ਨੇ ਉਹ ਤੁਸੀਂ ਸੈਂਡ ਕਰਨੇ ਹੋਣਗੇ। ਇਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਆਪਣੀ ਜਿਸ ਪੋਸਟ ਲਈ ਅਪਲਾਈ ਕਰ ਰਹੇ ਹੋ ਉਹ ਇੱਥੇ ਆਪਣੀ ਫੋਟੋਗ੍ਰਾਫ ਅਟੈਚ ਕਰਨੀ ਜਿਹੜੀ ਰੀਸੈਂਟਲੀ ਖਿਚਵਾਈ ਹੈ। ਨੇਮ, ਫਾਦਰ ਨੇਮ, ਡੇਟ ਆਫ ਬਰਥ, ਪ੍ਰੈਜ਼ੈਂਟ ਐਡਰੈਸ, ਪਰਮਾਨੈਂਟ ਐਡਰੈਸ, ਮੋਬਾਈਲ ਨੰਬਰ, ਈਮੇਲ ਆਈਡੀ, ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਡਿਟੇਲ ਇੱਥੇ ਦੇਣੀ ਹੈ। ਜਿਹੜੇ ਤੁਸੀਂ ਕੋਰਸ ਜਾਂ ਪਰਸੈਂਟੇਜ ਜਿਹੜੀ ਹੈ ਤੁਸੀਂ ਜਿਸ ਪਰਸੈਂਟੇਜ ਨਾਲ ਪਾਸ ਕੀਤੀ ਹੈ ਉਹ ਤੁਹਾਨੂੰ ਖੁਦ ਹੀ ਬਣਾਉਣੀ ਪਏਗੀ ਪਰਸੈਂਟੇਜ ਔਰ ਤੁਹਾਨੂੰ ਮੈਂਸ਼ਨ ਕਰਨਾ ਜਿਹੜਾ ਉਹ ਜ਼ਰੂਰੀ ਹੋਏਗਾ। ਨਹੀਂ ਤਾਂ ਈਧਰ ਜਿਹੜਾ ਤੁਹਾਡਾ ਫਾਰਮ ਹੈ ਉਹ ਰਿਜੈਕਟ ਕੀਤਾ ਜਾ ਸਕਦਾ ਹੈ। ਤਾਂ ਤੁਸੀਂ ਡਿਟੇਲ ਜਿਹੜੀ ਹੈ ਪੂਰੀ ਮੈਂਸ਼ਨ ਕਰਨੀ ਹੈ। ਅਗਰ ਕੋਈ ਐਕਸਪੀਰੀਅੰਸ ਹੈਗਾ ਤੁਹਾਨੂੰ ਤੁਸੀਂ ਉਹ ਵੀ ਇੱਥੇ ਮੈਂਸ਼ਨ ਕਰ ਸਕਦੇ ਹੋ ਜੀ। ਔਰ ਉਸ ਤੋਂ ਬਾਅਦ ਕੰਪਿਊਟਰ ਪ੍ਰੋਗਰਾਮਿੰਗ ਦਾ ਨੌਲੇਜ ਹੈ ਜਾਂ ਕੋਈ ਹੋਰ ਤੁਹਾਨੂੰ ਜਿਹੜੀ ਹੈ ਇਸ ਤੋਂ ਇਲਾਵਾ ਜ਼ਿਆਦਾ ਕੋਈ ਨੌਲੇਜ ਉਹ ਵੀ ਤੁਸੀਂ ਜਿਹੜੇ ਨਾਲ ਅਟੈਚ ਕਰ ਸਕਦੇ ਹੋ ਡਾਕੂਮੈਂਟਸ। ਇਹਦੇ ਵਿੱਚ ਸਿਗਨੇਚਰ, ਡੇਟ ਐਂਡ ਪਲੇਸ ਔਰ ਸੈਲਫ ਟੈਸਟਡ ਡਾਕੂਮੈਂਟ ਜਿਹੜੇ ਨੇ ਤੁਸੀਂ ਐਪਲੀਕੇਸ਼ਨ ਦੇ ਨਾਲ ਅਟੈਚ ਕਰਕੇ ਇਹਨਾਂ ਨੂੰ ਸੈਂਡ ਕਰਨੇ ਨੇ। ਚਲੋ ਹੁਣ ਤੁਹਾਨੂੰ ਲੈ ਚੱਲਦੇ ਹਾਂ ਜੀ ਨੋਟੀਫਿਕੇਸ਼ਨ ਦੀ ਸ਼ੁਰੂਆਤ ਦੇ ਵਿੱਚ। ਇਹ ਤਾਂ ਗੱਲ ਕਰਦੇ ਹਾਂ ਕਿਹੜੀ ਪੋਸਟ ਆਊਟ ਕੀਤੀਆਂ ਗਈਆਂ ਨੇ। ਇਹ ਜਿਹੜਾ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਵੱਲੋਂ ਜੋ ਕਿ ਡਿਪਾਰਟਮੈਂਟ ਹੈ ਹੈਲਥ ਰਿਸਰਚ ਦਾ। ਇਸ ਦੇ ਵਿੱਚ ਜਿਹੜਾ ਡਿਪਾਰਟਮੈਂਟ ਆਫ ਹੈਲਥ ਐਂਡ ਰਿਸਰਚ ਨੇ ਇੱਕ ਨਵਾਂ ਡਿਪਾਰਟਮੈਂਟ ਜਿਹੜਾ ਕ੍ਰੀਏਟ ਕੀਤਾ ਜਿਹਦੇ ਅੰਦਰ ਬਹੁਤ ਸਾਰੀਆਂ ਪੋਸਟਾਂ ਉਹਨਾਂ ਨੂੰ ਰਿਕੁਆਇਰਡ ਹੈ। ਤੇ ਹੁਣ ਅਸੀਂ ਗੱਲ ਕਰ ਲੈਂਦੇ ਹਾਂ ਸਭ ਤੋਂ ਪਹਿਲਾਂ ਪੋਸਟਾਂ ਕਿੰਨੀਆਂ ਨੇ ਤੇ ਕਿਹੜੀ ਪੋਸਟ ਹੈ। ਸਭ ਤੋਂ ਪਹਿਲੀ ਹੈ ਜੀ ਪ੍ਰੋਜੈਕਟ ਮੈਨੇਜਰ ਦੀਆਂ 4 ਪੋਸਟਾਂ ਨੇ, ਸਾਇੰਟਿਸਟ ਡੀ ਦੀਆਂ 2 ਪੋਸਟਾਂ ਨੇ, ਸਾਇੰਟਿਸਟ ਸੀ ਦੀਆਂ ਜਿਹੜੀਆਂ ਨੇ 9 ਪੋਸਟਾਂ ਨੇ, ਜੂਨੀਅਰ ਹੈਲਥ ਇਕਨੋਮਿਕਸ ਦੀਆਂ ਜਿਹੜੀਆਂ ਨੇ 2 ਪੋਸਟਾਂ ਨੇ, ਹੈਲਥ ਪੋਲਿਸੀ ਐਨਾਲਿਸਟ ਦੀ 1 ਪੋਸਟ ਹੈ, ਫਾਈਨਾਂਸ ਮੈਨੇਜਰ ਦੀ 4 ਪੋਸਟਾਂ ਨੇ, ਜਿਹੜੇ ਸਟੈਟਿਸ਼ੀਅਨ ਦੀਆਂ 1 ਪੋਸਟ ਹੈ, IT ਪ੍ਰੋਫੈਸ਼ਨਲ ਦੀ 1 ਹੈ, ਐਡਮਿਨਿਸਟ੍ਰੇਟਿਵ ਆਫਿਸਰ ਦੀਆਂ 6 ਨੇ ਔਰ ਅਸਿਸਟੈਂਟ ਦੀਆਂ 2 ਪੋਸਟਾਂ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ। ਸੋ ਇਹਦੇ ਵਿੱਚ ਕਿਸੇ ਨਾ ਕਿਸੇ ਪੋਸਟ ਲਈ ਤੁਸੀਂ ਜ਼ਰੂਰ ਐਲੀਜੀਬਲ ਹੋਵੋਗੇ ਜੋ ਮੈਂ ਅੱਗੇ ਤੁਹਾਨੂੰ ਦੱਸਣ ਜਾ ਰਿਹਾ ਹਾਂ। ਉਸ ਤੋਂ ਬਾਅਦ ਨੈਕਸਟ ਅਸੀਂ ਗੱਲ ਕਰਦੇ ਹਾਂ ਇਸ ਦੇ ਵਿੱਚ ਕੈਂਡੀਡੇਟ ਨੂੰ ਐਡਵਾਈਸ ਕੀਤੀ ਜਾਂਦੀ ਹੈ ਕਿ ਜਿਹੜੇ ਐਪਲੀਕੇਸ਼ਨਸ ਨੇ 25/4/2021 ਤੋਂ ਪਹਿਲਾਂ ਡਿਪਾਰਟਮੈਂਟ ਦੀ ਈਮੇਲ ID ਜੋ ਕਿ ਮੈਂਸ਼ਨ ਕੀਤੀ ਹੋਈ ਹੈ ਇਹਦੇ ਉੱਪਰ ਤੁਸੀਂ ਜਿਹੜੀਆਂ ਨੇ ਸੈਂਡ ਕਰਨੀਆਂ ਨੇ। ਜਿਹੜੇ ਵੀ ਸ਼ਾਰਟ ਲਿਸਟਡ ਕੈਂਡੀਡੇਟ ਹੋਣਗੇ ਉਹਨਾਂ ਨੂੰ ਜਿਹੜਾ ਬੁਲਾਇਆ ਜਾਏਗਾ ਸਿਰਫ। ਤਾਂ ਇਹਦੇ ਵਿੱਚ ਜਿਹੜਾ ਵੈਨਿਊ, ਟਾਈਮ ਤੇ ਜਿਹੜਾ ਹੋਏਗਾ ਤੁਹਾਡਾ ਇੰਟਰੈਕਸ਼ਨ ਦਾ ਉਹ ਤੁਹਾਡਾ ਟਾਈਮ ਜਿਹੜਾ ਵੈਬਸਾਈਟ ਉੱਤੇ ਅਪਡੇਟ ਕੀਤਾ ਜਾਏਗਾ ਜੋ ਕਿ ਇਹਨਾਂ ਨੇ ਮੈਂਸ਼ਨ ਕੀਤੀ ਹੋਈ ਹੈ dhr.gov.in ਦੇ ਉੱਤੇ। ਸੋ ਤੁਸੀਂ ਟਾਈਮ ਟੂ ਟਾਈਮ ਇਹਨੂੰ ਜ਼ਰੂਰ ਚੈੱਕ ਕਰਦੇ ਰਹਿਣਾ। ਹੁਣ ਗੱਲ ਕਰਦੇ ਕੁਆਲੀਫਿਕੇਸ਼ਨ, ਐਕਸਪੀਰੀਅੰਸ, ਸੈਲਰੀ, ਏਜ ਲਿਮਿਟ ਤੇ ਰਿਸਪੌਂਸਿਬਿਲਿਟੀ ਤੁਸੀਂ ਖੁਦ ਪੜ੍ਹ ਲੈਣਾ। ਮੈਂ ਬਾਕੀ 3 ਚੀਜ਼ਾਂ ਤੁਹਾਨੂੰ ਐਕਸਪਲੇਨ ਕਰ ਦੇਣਾ ਜੀ। ਐਸੈਂਸ਼ੀਅਲ ਕੁਆਲੀਫਿਕੇਸ਼ਨ ਪਹਿਲੀ ਪੋਸਟ ਜਿਹੜੀ ਕਿ ਪ੍ਰੋਜੈਕਟ ਮੈਨੇਜਰ ਜਿਨ੍ਹਾਂ ਨੇ ਪ੍ਰੋਜੈਕਟ ਜਿਹੜਾ ਹੈ ਚਲਾਉਣਾ ਹੈ, ਆਪਰੇਟ ਕਰਨਾ ਹੈ। ਸੋ ਉਹਦੇ ਲਈ ਤੁਹਾਨੂੰ ਪਤਾ ਹੀ ਹੋਏਗਾ ਕਿ ਕੁਆਲੀਫਿਕੇਸ਼ਨ ਜਿਹੜੇ ਨੇ ਐਕਸਪੀਰੀਅੰਸ ਕੈਂਡੀਡੇਟ ਨੂੰ ਪ੍ਰੈਫਰੈਂਸ ਮਿਲਦੀ ਹੈ। ਸੋ ਇਹਦੇ ਵਿੱਚ ਅਗਰ ਤੁਸੀਂ MBA ਫਾਈਨਾਂਸ, ਹਿਊਮਨ ਰਿਸੋਰਸ ਮੈਨੇਜਮੈਂਟ, ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕੀਤਾ ਹੋਇਆ 2 ਸਾਲ ਦਾ, ਇਸ ਦੇ ਵਿੱਚ ਤੁਹਾਨੂੰ ਮਿਨੀਮਮ 10 ਸਾਲ ਦਾ ਵਰਕਿੰਗ ਐਕਸਪੀਰੀਅੰਸ ਹੈ, ਪ੍ਰੈਫਰੇਬਲ ਹੈਲਥ ਸੈਕਟਰ ਦੇ ਵਿੱਚ, ਤਾਂ ਤੁਸੀਂ ਐਲੀਜੀਬਲ ਹੋ। ਰਿਟਾਇਰਡ ਆਫਿਸਰ ਜਿਹੜੇ ਨੇ ਡਿਪਟੀ ਸੈਕਟਰੀ, ਡਾਇਰੈਕਟਰ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਹੈਗੇ ਨੇ 65 ਸਾਲ ਤੋਂ ਜਿਹੜੀ ਲਾਸਟ ਡੇਟ ਹੈ ਉਹਨਾਂ ਦੀ ਸਪੀਡ ਨਹੀਂ ਹੋਣੀ ਚਾਹੀਦੀ ਔਰ ਉਹਨਾਂ ਨੂੰ MS ਆਫਿਸ, MS ਵਰਡ, MS ਪਾਵਰਪੁਆਇੰਟ, MS ਐਕਸਲ ਦੀ ਨੌਲੇਜ ਹੈਗੀ ਆ ਤਾਂ ਉਹ ਇਹਦੇ ਲਈ ਐਲੀਜੀਬਲ ਨੇ, ਅਪਲਾਈ ਕਰ ਸਕਦੇ ਨੇ। ਸੈਲਰੀ 80,000 ਤੋਂ ਲੈ ਕੇ 90,000 ਪਰ ਮੰਥ ਰਹੇਗੀ ਜੀ। ਏਜ ਲਿਮਿਟ 50 ਸਾਲ ਤੋਂ ਉੱਪਰ ਨਹੀਂ ਹੋਣੀ ਚਾਹੀਦੀ। 5 ਸਾਲ ਦੀ ਗਵਰਨਮੈਂਟ ਸਰਵੈਂਟ ਨੂੰ ਜਿਹੜੀ ਹੈ ਉਹ ਏਜ ਰਿਲੈਕਸੇਸ਼ਨ ਦਿੱਤੀ ਜਾਏਗੀ ਜੀ।
ਇਸ ਤੋਂ ਬਾਅਦ ਨੈਕਸਟ ਗੱਲ ਕਰਦੇ ਹਾਂ ਰਿਸਪੌਂਸਿਬਿਲਿਟੀ ਦੀ, ਉਹ ਤੁਸੀਂ ਖੁਦ ਇੱਕ ਵਾਰੀ ਪੜ੍ਹ ਲੈਣਾ। ਤੇ ਨੈਕਸਟ ਅਸੀਂ ਗੱਲ ਕਰਦੇ ਹਾਂ ਸਾਇੰਟਿਸਟ ਡੀ ਦੀ। ਇਹਦੇ ਵਿੱਚ ਤੁਸੀਂ ਡਾਕਟਰ ਆਫ ਮੈਡੀਸਿਨ, ਮਾਸਟਰ ਆਫ ਸਰਜਰੀ ਜਿਹੜੀ ਹੈ, ਡਿਪਲੋਮੇਟ ਆਫ ਨੈਸ਼ਨਲ ਬੋਰਡ ਐਂਡ ਇਕੁਇਲੈਂਟ ਇਹਦੀ ਡਿਗਰੀ ਕੀਤੀ ਹੋਈ ਕਿਸੇ ਵੀ ਰਿਕੋਗਨਾਈਜ਼ਡ ਬਾਏ ਮੈਡੀਕਲ ਕੌਂਸਲ ਆਫ ਇੰਡੀਆ ਦੇ, ਔਰ 5 ਈਅਰ ਦਾ ਰਿਸਰਚ ਡਿਵੈਲਪਮੈਂਟ ਔਰ ਟੀਚਿੰਗ ਵਰਕਿੰਗ ਐਕਸਪੀਰੀਅੰਸ ਹੈਗਾ ਪਬਲਿਕ ਸੈਕਟਰ ਦੇ ਵਿੱਚ, ਤਾਂ ਤੁਸੀਂ ਇਹਦੇ ਲਈ ਐਲੀਜੀਬਲ ਨੂੰ ਅਪਲਾਈ ਕਰ ਸਕਦੇ ਹੋ। ਜਾਂ ਤੁਸੀਂ ਬੈਚਲਰ ਆਫ ਮੈਡੀਸਨ, ਬੈਚਲਰ ਆਫ ਸਰਜਰੀ ਡਿਗਰੀ ਕੀਤੀ ਹੋਈ ਹੈ ਮੈਡੀਕਲ ਕੌਂਸਲ ਆਫ ਇੰਡੀਆ ਤੋਂ, ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੋ। ਔਰ ਤੁਹਾਨੂੰ ਜਿਹੜਾ ਇਹਦੇ ਵਿੱਚ 4 ਈਅਰ ਦਾ ਰਿਸਰਚ ਡਿਵੈਲਪਮੈਂਟ ਔਰ ਟੀਚਿੰਗ ਵਰਕ ਦਾ ਐਕਸਪੀਰੀਅੰਸ ਹੈਗਾ, ਤਾਂ ਵੀ ਤੁਸੀਂ ਇਹਦੇ ਲਈ ਐਲੀਜੀਬਲ ਹੋ, ਅਪਲਾਈ ਕਰ ਸਕਦੇ ਹੋ। ਉਸ ਤੋਂ ਬਾਅਦ ਹੈਗਾ ਜੀ ਇਹਦੇ ਵਿੱਚ 78000 ਪਲੱਸ HRA ਐਸ ਪਰ ਸਿਟੀ ਰੇਟ ਤੁਹਾਨੂੰ ਦਿੱਤਾ ਜਾਏਗਾ, ਜੋ ਕਿ ਪਰ ਮੰਥ ਤੁਹਾਡੀ ਸੈਲਰੀ ਰਹੇਗੀ। ਇਹਦੇ ਵਿੱਚ ਤੁਹਾਡੀ ਏਜ ਜਿਹੜੀ ਹੈ 50 ਈਅਰਸ ਤੋਂ ਅਪ ਨਹੀਂ ਹੋਣੀ ਚਾਹੀਦੀ। 5 ਸਾਲ ਦਾ ਏਜ ਰਿਲੈਕਸੇਸ਼ਨ ਗਵਰਨਮੈਂਟ ਸਰਵੈਂਟ ਨੂੰ ਦਿੱਤਾ ਜਾਏਗਾ। ਰਿਸਪੌਂਸਿਬਿਲਿਟੀ ਤੁਸੀਂ ਇੱਕ ਵਾਰੀ ਖੁਦ ਰੀਡ ਆਊਟ ਕਰ ਲੈਣਾ ਜੀ। ਸਾਇੰਟਿਸਟ ਸੀ ਦੀ ਪੋਸਟ ਦੀ ਗੱਲ ਕਰਦੇ ਹਾਂ, ਇਸ ਦੇ ਵਿੱਚ ਬੈਚਲਰ ਆਫ ਮੈਡੀਸਨ, ਬੈਚਲਰ ਆਫ ਸਰਜਰੀ ਡਿਗਰੀ ਕਿਸੇ ਰਿਕੋਗਨਾਈਜ਼ਡ ਮੈਡੀਕਲ ਕੌਂਸਲ ਆਫ ਇੰਡੀਆ ਵੱਲੋਂ ਅਗਰ ਕੀਤੀ ਹੋਈ ਹੈ, ਪੋਸਟ ਗ੍ਰੈਜੂਏਟ ਡਿਗਰੀ ਕੀਤੀ ਹੋਈ ਹੈ, ਤੁਸੀਂ ਸਬਜੈਕਟ ਜਿਹੜਾ ਹੈ ਬਾਇਓ ਕੈਮਿਸਟਰੀ, ਠੀਕ ਹੈ ਜੀ, ਐਂਥਰੋਪੋਲੋਜੀ ਦੇ ਵਿੱਚ ਜਾਂ ਸੋਸ਼ੋਲੋਜੀ ਦੇ ਵਿੱਚ, ਸੋਸ਼ਲ ਵਰਕ, ਫੂਡ, ਨਿਊਟ੍ਰੀਸ਼ਨ ਐਂਡ ਇਕਨੋਮਿਕਸ ਦੇ ਵਿੱਚ, ਔਰ ਜਿਹੜੀ ਤੁਹਾਡੀ ਹੈਲਥ ਇਕਨੋਮਿਕਸ ਔਰ ਫਿਜ਼ੀਓਲੋਜੀ ਔਰ ਬਾਇਓਲੋਜੀ ਦੇ ਵਿੱਚ ਅਗਰ ਸਪੈਸ਼ਲਿਟੀ ਹੈਗੀ ਹੈ, ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੋ, ਅਪਲਾਈ ਕਰ ਸਕਦੇ ਹੋ। ਇਹਦੇ ਵਿੱਚ 4 ਈਅਰ ਦਾ ਤੁਹਾਨੂੰ ਐਕਸਪੀਰੀਅੰਸ ਹੋਣਾ ਚਾਹੀਦਾ, ਰਿਸਰਚ ਡਿਵੈਲਪਮੈਂਟ ਔਰ ਟੀਚਿੰਗ ਵਰਕਿੰਗ ਐਕਸਪੀਰੀਅੰਸ ਹੈਗਾ ਪਬਲਿਕ ਸੈਕਟਰ ਔਰ ਗਵਰਨਮੈਂਟ ਰਿਕੋਗਨਾਈਜ਼ਡ ਇੰਸਟੀਟਿਊਟ ਦੇ ਵਿੱਚ, ਤਾਂ ਤੁਸੀਂ ਐਲੀਜੀਬਲ ਹੋ, ਅਪਲਾਈ ਕਰ ਸਕਦੇ ਹੋ। ਇਸ ਦੇ ਵਿੱਚ ਤੁਹਾਡੀ ਸੈਲਰੀ 67000 ਪਲੱਸ HRA ਤੁਹਾਨੂੰ ਜਿਹੜਾ ਸਿਟੀ ਰੇਟ ਦਿੱਤਾ ਜਾਏਗਾ। 45 ਸਾਲ ਤੋਂ ਏਜ ਲਿਮਿਟ ਵੱਧ ਨਹੀਂ ਹੋਣੀ ਚਾਹੀਦੀ। 5 ਸਾਲ ਦਾ ਤੁਹਾਨੂੰ ਜਿਹੜਾ ਏਜ ਰਿਲੈਕਸੇਸ਼ਨ ਦਿੱਤਾ ਜਾਏਗਾ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਹੈਗੀ ਹੈ ਜੀ ਪੋਸਟ ਜੂਨੀਅਰ ਹੈਲਥ ਇਕਨੋਮਿਕਸ ਦੀ। ਇਸ ਦੇ ਵਿੱਚ ਫਸਟ ਕਲਾਸ ਦੇ ਵਿੱਚ ਮਾਸਟਰ ਕੀਤੀ ਹੋਈ ਹੈ ਤੁਸੀਂ ਪਬਲਿਕ ਹੈਲਥ ਜਾਂ ਰਿਕੋਗਨਾਈਜ਼ਡ ਯੂਨੀਵਰਸਿਟੀ ਤੋਂ ਜਿਹੜੇ ਸਾਇੰਸ ਐਂਡ ਮੈਡੀਕਲ ਬੈਕਗਰਾਊਂਡ ਤੋਂ, ਔਰ ਤੁਹਾਡਾ ਐਕਸਪੀਰੀਅੰਸ ਹੈਗਾ ਹੈ ਥੋੜ੍ਹਾ ਬਹੁਤ ਤੁਹਾਨੂੰ ਜਿਹੜਾ ਹੈ ਉਹ ਵੀ ਵਰਕ ਐਂਡ ਹੈਲਥ ਇਕਨੋਮਿਕਸ ਦੇ ਵਿੱਚ। ਕੰਪਿਊਟਰ ਪ੍ਰੋਫੀਸ਼ੀਐਂਸੀ ਹੈਗੀ ਹੈ ਤੁਹਾਨੂੰ ਜਿਹੜੀ ਹੈ, ਔਰ ਤੁਸੀਂ MS ਆਫਿਸ, MS ਵਰਡ, ਪਾਵਰ ਪੁਆਇੰਟ ਜਿਹੜਾ ਯੂਜ਼ ਕਰਦੇ ਹੋ, ਤਾਂ ਤੁਸੀਂ ਐਲੀਜੀਬਲ ਹੋ। ਇਹਦੇ ਲਈ ਨੌਲੇਜ ਹੋਣੀ ਚਾਹੀਦੀ ਹੈ ਕੋਸਟ ਐਨਾਲਿਸਟ ਦੀ, ਇਕਨੋਮਿਕ ਡਿਸੀਜਨ ਦੀ, ਮਾਡਲਿੰਗ MS ਐਕਸਲ ਦੇ ਵਿੱਚ, ਤੇ ਟਰੀ ਏਜ ਦੀ, ਤਾਂ ਤੁਸੀਂ ਐਲੀਜੀਬਲ ਹੋ। ਇਸ ਦੇ ਵਿੱਚ ਨੈਕਸਟ ਅਸੀਂ ਗੱਲ ਕਰਦੇ ਹਾਂ ਕਿ ਤੁਹਾਡੀ ਇਹਦੇ ਵਿੱਚ ਸੈਲਰੀ ਜਿਹੜੀ ਰਹੇਗੀ 60000 ਤੋਂ 70000 ਪਰ ਮੰਥ ਰਹੇਗੀ। 35 ਸਾਲ ਤੋਂ ਏਜ ਵੱਧ ਨਹੀਂ ਹੋਣੀ ਚਾਹੀਦੀ। 5 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਮੰਗਿਆ ਗਿਆ ਹੈ। ਔਰ ਉਸ ਤੋਂ ਬਾਅਦ ਨੈਕਸਟ ਅਸੀਂ ਗੱਲ ਕਰਦੇ ਹਾਂ ਹੈਲਥ ਪਾਲਿਸੀ ਐਨਾਲਿਸਟ ਦੀ। ਬੇਸਿਕ ਕੁਆਲੀਫਿਕੇਸ਼ਨ ਤੁਹਾਡੀ ਗ੍ਰੈਜੂਏਸ਼ਨ ਸਾਇੰਸ, ਕਲੀਨਿਕਲ ਰਿਸਰਚ, ਸਟੈਟਿਕਸ ਦੇ ਵਿੱਚ ਹੈਗੀ ਹੈ। ਪੋਸਟ ਗ੍ਰੈਜੂਏਸ਼ਨ ਤੁਹਾਡੀ ਹੈਗੀ ਹੈ ਹੈਲਥ ਐਂਡ ਲਾਈਫ ਸਾਇੰਸ ਦੇ ਵਿੱਚ, ਪਬਲਿਕ ਹੈਲਥ, ਕਲੀਨਿਕਲ ਰਿਸਰਚ ਦੇ ਵਿੱਚ, ਹੈਲਥ ਇਨਫੋਰਮੇਸ਼ਨ ਮੈਨੇਜਮੈਂਟ ਦੇ ਵਿੱਚ, ਹੈਲਥ ਮੈਨੇਜਮੈਂਟ ਦੇ ਵਿੱਚ, ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੋ। 3 ਸਾਲ ਦਾ ਪੋਸਟ ਬੇਸਿਕ ਕੁਆਲੀਫਿਕੇਸ਼ਨ ਵਰਕ ਐਕਸਪੀਰੀਅੰਸ ਚਾਹੀਦਾ, ਮਤਲਬ ਬੇਸਿਕਸ ਤੁਹਾਨੂੰ ਚਾਹੀਦਾ। ਜੇਕਰ ਤੁਸੀਂ ਕਿਤੇ ਵੀ ਅਗਰ ਇੱਦਾਂ ਦੀ ਕੁਆਲੀਫਿਕੇਸ਼ਨ ਰੱਖਦੇ ਹੋ, ਤਾਂ ਬੇਸਿਕ ਤੁਸੀਂ ਤੁਹਾਨੂੰ ਐਕਸਪੀਰੀਅੰਸ ਥੋੜ੍ਹਾ ਬਹੁਤ ਹੁੰਦਾ ਹੀ ਹੈ। ਸੋ ਇਸ ਦੇ ਵਿੱਚ ਤੁਹਾਡੀ ਸੈਲਰੀ 70 ਤੋਂ 80000 ਪਰ ਮੰਥ ਰਹੇਗੀ ਜੀ। ਉਸ ਤੋਂ ਬਾਅਦ ਨੈਕਸਟ ਅਸੀਂ ਗੱਲ ਕਰਦੇ ਹਾਂ ਪੋਸਟ ਦੀ, ਜੋ ਕਿ ਫਾਈਨਾਂਸ ਮੈਨੇਜਰ ਦੀ ਹੈ। ਤੁਸੀਂ MBA ਫਾਈਨਾਂਸ ਦੇ ਵਿੱਚ ਕੀਤੀ ਹੋਈ ਹੈ, MCOM ਦੇ ਵਿੱਚ ਕੀਤੀ ਹੋਈ, ਕਿਸੇ ਵੀ ਰਿਕੋਗਨਾਈਜ਼ਡ ਇੰਸਟੀਟਿਊਟ ਤੋਂ 3 ਸਾਲ ਦਾ ਐਕਸਪੀਰੀਅੰਸ ਹੈਗਾ ਤੁਹਾਨੂੰ ਹੈਲਥ ਸੈਕਟਰ ਦੇ ਵਿੱਚ ਵਰਕਿੰਗ ਦਾ, ਤੁਹਾਨੂੰ ਨੌਲੇਜ ਹੈਗੀ ਹੈ ਪੈਕੇਜ MS ਆਫਿਸ, MS ਵਰਡ, MS ਪਾਵਰ ਪੁਆਇੰਟ ਦੀ, MS ਐਕਸਲ ਦੀ, ਤੁਸੀਂ ਐਲੀਜੀਬਲ ਹੋ, ਅਪਲਾਈ ਕਰ ਸਕਦੇ ਹੋ। ਰਿਟਾਇਰ ਕੈਂਡੀਡੇਟ ਵੀ ਅਪਲਾਈ ਕਰ ਸਕਦੇ ਨੇ। ਇਹ 'ਚ ਤੁਹਾਡੀ ਸੈਲਰੀ 60000 ਪਰ ਮੰਥ ਰਹੇਗੀ। 50 ਸਾਲ ਤੋਂ ਏਜ ਜਿਹੜੀ ਅਪ ਨਹੀਂ ਹੋਣੀ ਚਾਹੀਦੀ। 5 ਸਾਲ ਦਾ ਜਿਹੜਾ ਤੁਹਾਨੂੰ ਏਜ ਰਿਲੈਕਸੇਸ਼ਨ ਦਿੱਤਾ ਜਾਏਗਾ ਜੀ। ਉਸ ਤੋਂ ਬਾਅਦ ਬਾਇਓਸਟੈਟਿਸ਼ੀਅਨ ਦੀ ਹੈ ਜੀ। ਇਸ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਹੋਈ ਹੈ ਤੁਸੀਂ ਸਾਇੰਸ ਔਰ ਮੈਡੀਕਲ ਸਟੈਟਿਕਸ ਦੇ ਵਿੱਚ, ਰਿਕੋਗਨਾਈਜ਼ਡ ਯੂਨੀਵਰਸਿਟੀ ਤੋਂ। 5 ਸਾਲ ਦਾ ਐਕਸਪੀਰੀਅੰਸ ਹੈ, ਤੁਸੀਂ ਐਲੀਜੀਬਲ ਹੋ। 32000 ਰੁਪਏ ਪਰ ਮੰਥ ਤੁਹਾਨੂੰ ਜਿਹੜੀ ਹੈ ਉਹ ਸੈਲਰੀ ਦਿੱਤੀ ਜਾਏਗੀ। 40 ਸਾਲ ਤੋਂ ਉੱਪਰ ਤੁਹਾਡੀ ਏਜ ਨਹੀਂ ਹੋਣੀ ਚਾਹੀਦੀ। 5 ਸਾਲ ਦਾ SC BC ਤੇ OBC ਵਾਲੇ ਕੈਂਡੀਡੇਟ ਨੂੰ ਏਜ ਰਿਲੈਕਸੇਸ਼ਨ ਦਿੱਤਾ ਜਾਏਗਾ। ਹੁਣ ਆ ਜਾਂਦੀ ਹੈ ਜੀ ਲਾਸਟ ਵਿੱਚ IT ਪ੍ਰੋਫੈਸ਼ਨਲਸ। ਮਾਸਟਰ ਡਿਗਰੀ ਕੀਤੀ ਹੈ ਕੰਪਿਊਟਰ ਐਪਲੀਕੇਸ਼ਨ, ਇਨਫੋਰਮੇਸ਼ਨ ਟੈਕਨੋਲੋਜੀ, ਕੰਪਿਊਟਰ ਸਾਇੰਸ ਦੇ ਵੱਲੋਂ ਰਿਕੋਗਨਾਈਜ਼ਡ ਇੰਸਟੀਟਿਊਟ ਤੋਂ, ਤੁਸੀਂ ਐਲੀਜੀਬਲ ਹੋ। BE BTech ਕੀਤੀ ਹੋਈ ਹੈ ਕੰਪਿਊਟਰ ਇੰਜੀਨੀਅਰਿੰਗ ਦੇ ਵਿੱਚ, ਕੰਪਿਊਟਰ ਸਾਇੰਸ ਦੇ ਵਿੱਚ, ਕੰਪਿਊਟਰ ਟੈਕਨੋਲੋਜੀ ਦੇ ਵਿੱਚ ਔਰ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਤੁਸੀਂ ਐਲੀਜੀਬਲ ਹੋ। 40 ਤੋਂ 60000 ਤੁਹਾਡੀ ਸੈਲਰੀ ਰਹੇਗੀ। ਏਜ ਤੁਹਾਡੀ 40 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। 5 ਸਾਲ ਦਾ ਏਜ ਰਿਲੈਕਸੇਸ਼ਨ ਦਿੱਤਾ ਜਾਏਗਾ। ਲਾਸਟ ਹੈ ਜੀ ਸੈਕਿੰਡ ਲਾਸਟ ਹੈ ਐਡਮਿਨਿਸਟ੍ਰੇਟਿਵ ਆਫਿਸਰ ਦੀ। ਇਸ ਦੇ ਵਿੱਚ ਤੁਸੀਂ ਬੈਚਲਰ ਡਿਗਰੀ ਕੀਤੀ ਹੋਈ ਹੈ ਔਰ ਇਸ ਦੇ ਇਕੁਇਲੈਂਟ ਤੁਹਾਨੂੰ 3 ਸਾਲ ਦਾ ਐਕਸਪੀਰੀਅੰਸ ਹੈਗਾ ਗਵਰਨਮੈਂਟ ਡਿਪਾਰਟਮੈਂਟ ਦੇ ਵਿੱਚ, ਠੀਕ ਹੈ ਜੀ, ਕਿਸੇ ਵੀ ਹੋਰ ਯੂਨੀਵਰਸਿਟੀਜ਼ ਦੇ ਵਿੱਚ, ਪਬਲਿਕ ਸੈਕਟਰ ਦੇ ਵਿੱਚ, ਅੰਡਰਟੇਕਿੰਗ ਦੇ ਵਿੱਚ ਹੈਗਾ, ਤਾਂ ਤੁਸੀਂ ਐਲੀਜੀਬਲ ਹੋ। MS ਆਫਿਸ, MS ਵਰਡ, MS ਪਾਵਰ ਪੁਆਇੰਟ, MS ਐਕਸਲ, ਇਹਨਾਂ ਦੀ ਨੌਲੇਜ ਹੈਗੀ ਹੈ, ਤੁਸੀਂ ਐਲੀਜੀਬਲ ਹੋ। ਰਿਟਾਇਰਡ ਆਫਿਸਰ ਵੀ ਇਹਦੇ ਲਈ ਅਪਲਾਈ ਕਰ ਸਕਦੇ ਨੇ, ਉਹਨਾਂ ਲਈ ਤੁਸੀਂ ਐਲੀਜੀਬਿਲਿਟੀ ਪੜ੍ਹ ਲੈਣਾ। 40,000 ਪਰ ਮੰਥ ਤੁਹਾਨੂੰ ਸੈਲਰੀ ਦਿੱਤੀ ਜਾਏਗੀ। ਏਜ ਰਿਲੈਕਸੇਸ਼ਨ ਜਿਹੜੀ ਦਿੱਤੀ ਜਾਏਗੀ, ਪਲੱਸ ਤੁਹਾਨੂੰ ਸਾਡੀ ਏਜ 50 ਈਅਰ ਤੋਂ ਐਕਸੀਡ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ। ਆਫਿਸ ਅਸਿਸਟੈਂਟ ਦੀ ਪੋਸਟ ਹੈ ਜੀ। ਬੈਚਲਰ ਡਿਗਰੀ ਇਸ ਦੇ ਇਕੁਇਲੈਂਟ ਤੁਸੀਂ ਕੀਤੀ ਹੋਈ ਹੈ। ਐਟਲੀਸਟ 5 ਈਅਰ ਦਾ ਐਕਸਪੀਰੀਅੰਸ ਹੈਗਾ ਸੇਮ ਕਿਸੇ ਵੀ ਗਵਰਨਮੈਂਟ ਡਿਪਾਰਟਮੈਂਟ ਦੇ ਵਿੱਚ ਜਾਂ ਕਿਸੇ ਵੀ ਰਿਪਿਊਟਡ ਕੰਪਨੀ ਦੇ ਵਿੱਚ, ਆਰਗੇਨਾਈਜੇਸ਼ਨ ਦੇ ਵਿੱਚ, ਤੁਸੀਂ ਐਲੀਜੀਬਲ ਹੋ, ਅਪਲਾਈ ਕਰ ਸਕਦੇ ਹੋ। 35000 ਪਰ ਮੰਥ ਸੈਲਰੀ ਦਿੱਤੀ ਜਾਏਗੀ ਔਰ 45 ਸਾਲ ਤੋਂ ਉੱਪਰ ਏਜ ਜਿਹੜੀ ਤੁਹਾਡੀ ਨਹੀਂ ਹੋਣੀ ਚਾਹੀਦੀ। 5 ਸਾਲ ਦਾ ਜਿਹੜਾ ਏਜ ਰਿਲੈਕਸੇਸ਼ਨ ਦਿੱਤਾ ਜਾਏਗਾ SC ST OBC ਕੈਂਡੀਡੇਟ ਨੂੰ, ਠੀਕ ਹੈ ਜੀ। ਇਹ ਸੀਗੀਆਂ ਜੀ ਪੋਸਟਾਂ ਜਿਹੜੀਆਂ ਜੀ ਅੱਜ ਤੋਂ। ਇਸ ਦੇ ਵਿੱਚ ਤੁਹਾਨੂੰ ਹੋਰ ਵੀ ਜਿਹੜੀਆਂ ਨੇ ਕੰਡੀਸ਼ਨਸ ਨੇ, ਜ਼ਰੂਰ ਇੱਕ ਵਾਰੀ ਤੁਸੀਂ ਪੜ੍ਹ ਲੈਣਾ ਅਪਲਾਈ ਕਰਨ ਤੋਂ ਪਹਿਲਾਂ। ਔਰ ਇਹਨਾਂ ਦਿੱਤੇ ਗਏ ਈਮੇਲ ਐਡਰੈਸ ਦੇ
ਉੱਪਰ ਤੁਸੀਂ ਜਿਹੜੇ ਨੇ ਆਪਣੀ ਐਪਲੀਕੇਸ਼ਨ ਫਾਰਮ ਜਿਹੜੇ ਸੈਂਡ ਜ਼ਰੂਰ ਕਰ ਦੇਣਾ ਜੀ। ਇਸ ਦੇ ਵਿੱਚ ਫਰੈਸ਼ਰਸ ਵੀ ਨੇ 2-3 ਪੋਸਟ ਵਾਲੀ, ਤੁਸੀਂ ਉਹ ਤਾਂ ਵੀ ਐਲੀਜੀਬਲ ਹੋ ਤਾਂ ਅਪਲਾਈ ਜ਼ਰੂਰ ਕਰ ਲੈਣਾ। ਅਗਰ ਕੋਈ ਡਾਊਟ ਹੋਏ ਕਮੈਂਟ ਕਰਕੇ ਜ਼ਰੂਰ ਦੱਸਿਓ। ਔਰ ਇੱਕ ਹੋਰ ਚੀਜ਼ ਤੁਹਾਨੂੰ ਦੱਸਣਾ ਚਾਹਾਂਗਾ, ਇੱਕ ਜਿਹੜਾ ਹੈ ਕਲਰਕ ਦਾ ਨੋਟੀਫਿਕੇਸ਼ਨ ਜਿਹੜਾ ਕਾਫੀ ਵਾਇਰਲ ਹੋ ਰਿਹਾ ਜੀ, ਔਰ ਉਸ ਦੇ ਰਿਲੇਟਡ ਸਾਨੂੰ ਮੇਲਸ ਵੀ ਆ ਰਹੀਆਂ ਨੇ ਕਿ ਉਸ ਦੇ ਰਿਲੇਟਡ ਵੀਡੀਓ ਬਣਾਈ ਜਾਵੇ, ਲੇਕਿਨ ਅਸੀਂ ਕਿਸੇ ਵੀ ਥਰਡ ਪਾਰਟੀ ਜਿਹੜੀ ਹਾਇਰਿੰਗ ਇੰਸਟੀਟਿਊਟ ਜਾਂ ਹਾਇਰਿੰਗ ਜਿਹੜੇ ਹੈਗੇ ਨੇ, ਅਸੀਂ ਉਹਨਾਂ ਦੀ ਕੋਈ ਵੀ ਨੋਟੀਫਿਕੇਸ਼ਨ ਨੂੰ ਜਿਹੜਾ ਹੈ ਪ੍ਰਮੋਟ ਨਹੀਂ ਕਰਦੇ। ਸੋ ਤੁਸੀਂ ਵੀ ਅਗਰ ਉਹਨਾਂ 'ਤੇ ਵਿਸ਼ਵਾਸ ਕਰਦੇ ਹੋ ਤਾਂ ਅਪਲਾਈ ਕਰ ਲਓ, ਨਹੀਂ ਤਾਂ ਸਾਡੇ ਵੱਲੋਂ ਉਹਦੇ ਰਿਲੇਟਡ ਕੋਈ ਵੀ ਅਪਡੇਟ ਜਿਹੜਾ ਨਹੀਂ ਦਿੱਤਾ ਜਾਏਗਾ, ਕਿਉਂਕਿ ਉਹ ਟੋਟਲੀ ਫੇਕ ਹੈ। ਇਸ ਦੇ ਰਿਲੇਟਡ ਕੋਈ ਵੀ ਅਗਰ ਤੁਹਾਨੂੰ ਫੀ ਮੰਗੀ ਜਾਂਦੀ ਹੈ, ਤੁਸੀਂ ਕੋਈ ਫੀ ਜਾਂ ਕੋਈ ਚਾਰजेस ਜਿਹੜੇ ਸਬਮਿਟ ਨਹੀਂ ਕਰਨੇ ਨੇ। ਸੋ ਅਵੇਅਰ ਰਹਿਣਾ ਇੱਦਾਂ ਦੇ ਨੋਟੀਫਿਕੇਸ਼ਨਸ ਤੋਂ। ਸਾਡੇ ਕੋਲ ਬਹੁਤ ਸਾਰੇ ਈਮੇਲਸ ਅਲੱਗ-ਅਲੱਗ ਆਈਡੀਜ਼ ਤੋਂ ਆ ਰਹੀਆਂ ਨੇ, ਇਸ ਕਰਕੇ ਮੈਂ ਇਸ ਦੇ ਵਿੱਚ ਬੋਲ ਰਿਹਾ। ਸੋ ਤੁਸੀਂ ਇਸ ਦੇ ਰਿਲੇਟਡ ਅਗਰ ਅਪਲਾਈ ਕਰਨਾ ਚਾਹੁੰਦੇ ਹੋ ਆਪਣੇ ਰਿਸਕ 'ਤੇ ਤੁਸੀਂ ਕਰ ਸਕਦੇ ਹੋ। ਅਸੀਂ ਇਹਦੇ ਰਿਲੇਟਡ ਕੋਈ ਫੇਵਰ ਇਹਨੂੰ ਨੋਟੀਫਿਕੇਸ਼ਨ ਨੂੰ ਨਹੀਂ ਕਰਦੇ ਹਾਂ ਜੀ। ਸੋ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ। ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।